ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਸੰਯੁਕਤ ਰਾਜ ਦੇ ਜ਼ਿਆਦਾਤਰ ਸਿਹਤ ਕਾਮੇ ਕਰ ਰਹੇ ਹਨ ਕਰੋਨਾ ਟੀਕਾ ਲਗਵਾਉਣ ਤੋਂ ਇਨਕਾਰ। ਕੈਨੇਡਾ ਤੋਂ ਭੈਣ ਨੂੰ ਮਿਲਣ ਗਏ ਅਨੰਦਪੁਰ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ। ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਬੱਚਿਆਂ ਸਮੇਤ 9 ਲੋਕਾਂ ਦੀ ਮੌਤ। ਕੈਨੇਡਾ 'ਚ ਅੰਬਾਨੀਆਂ, ਅਡਾਨੀਆਂ ਤੇ ਪੰਤੰਜਲੀ ਦਾ ਸਮਾਨ ਨਾ ਲੈਣ ਦੀ ਅਪੀਲ। USA 'ਚ ਕਰੋਨਾ ਸੰਕਰਮਿਤਾਂ ਦੀ ਗਿਣਤੀ ਹੋਈ ਕਰੋੜਾਂ ਤੋਂ ਪਾਰ। UAE 'ਚ ਭਾਰਤੀ ਪ੍ਰਵਾਸੀ ਨੇ ਰਚਿਆ ਇਤਿਹਾਸ, 9ਵੀਂ ਵਾਰ ਦਰਜ ਹੋਇਆ ਗਿਨੀਜ਼ ਬੁੱਕ ਵਿੱਚ ਨਾਮ। ਫਲੋਰੀਡਾ ਸਣੇ ਕਈ ਸ਼ਹਿਰਾਂ 'ਚ ਕਰੋਨਾ ਟੀਕਾਕਰਨ ਲਈ ਲੱਗੀਆਂ ਲੰਬੀਆਂ ਲਾਈਨਾਂ। ਕੈਨੇਡਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 4 ਲੋਕਾਂ ਦੀ ਮੌਤ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਸੰਯੁਕਤ ਰਾਜ ਵਿੱਚ ਕੋਵਿਡ-19 ਟੀਕਾਕਰਨ ਪ੍ਰਕਿਰਿਆ ਵਿੱਚ ਸਿਹਤ ਦੇਖਭਾਲ ਕਰਨ ਵਾਲੇ ਕਾਮੇ ਪਹਿਲੀ ਤਰਜੀਹ ਵਿੱਚ ਰੱਖੇ ਗਏ ਹਨ, ਪਰ ਦੇਸ਼ ਭਰ ਵਿੱਚ ਜ਼ਿਆਦਾਤਰ ਸਿਹਤ ਕਾਮੇ ਕਰੋਨਾ ਵਾਇਰਸ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਨੇ। ਇਸ ਮਾਮਲੇ ਵਿੱਚ ਓਹੀਓ ਸੂਬੇ ਦੇ ਗਵਰਨਰ ਮਾਈਕ ਡਿਵਾਈਨ ਨੇ ਖੁਲਾਸਾ ਕੀਤਾ ਹੈ ਕਿ ਸੂਬੇ ਵਿੱਚ ਲਗਭਗ 60% ਨਰਸਿੰਗ ਹੋਮ ਕਾਮਿਆਂ ਨੇ ਹੁਣ ਤੱਕ ਟੀਕਾ ਨਾ ਲਗਵਾਉਣ ਦੀ ਚੋਣ ਕੀਤੀ ਹੈ ਅਤੇ ਇੱਕ ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ਨਿਊਯਾਰਕ ਸਿਟੀ ਦੇ ਵੀ ਅੱਧੇ ਤੋਂ ਵੱਧ EMS ਕਾਮਿਆਂ ਨੇ ਟੀਕੇ ਪ੍ਰਤੀ ਸ਼ੱਕ ਜ਼ਾਹਿਰ ਕੀਤਾ ਹੈ। ਇਸ ਦੇ ਇਲਾਵਾ ਟੀਕਾਕਰਨ ਸੰਬੰਧੀ ਰਿਪੋਰਟਾਂ ਅਨੁਸਾਰ ਕੈਲੀਫੋਰਨੀਆ ਅਤੇ ਟੈਕਸਾਸ ਸੂਬੇ ਵਿੱਚ ਵੀ ਸਿਹਤ ਕਾਮਿਆਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ, ਜਿਸ ਤਹਿਤ ਰਿਵਰਸਾਈਡ ਕਾਉਂਟੀ ਵਿੱਚ ਅੰਦਾਜ਼ਨ 50% ਸਿਹਤ ਕਾਮਿਆਂ ਨੇ ਟੀਕਾ ਨਾ ਲਗਵਾਉਣ ਦਾ ਬਦਲ ਚੁਣਿਆ ਹੈ। ਕੈਲੀਫੋਰਨੀਆ ਦੇ ਸੈਂਟ ਐਲਿਜ਼ਾਬੈਥ ਕਮਿਊਨਿਟੀ ਹਸਪਤਾਲ ਵਿੱਚ ਅੱਧੇ ਤੋਂ ਵੱਧ ਸਿਹਤ ਕਾਮੇ ਜੋ ਟੀਕਾ ਪ੍ਰਾਪਤ ਕਰਨ ਦੇ ਯੋਗ ਸਨ ਨੇ ਵੀ ਟੀਕਾਕਰਨ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿਹਤ ਕਾਮਿਆਂ ਵੱਲੋਂ ਟੀਕਾ ਨਾ ਲਗਵਾਉਣ ਦੇ ਕਾਰਨ ਜਾਂ ਬਹਾਨੇ ਨੂੰ ਜਾਣਨ ਲਈ ਕੈਸਰ ਫੈਮਿਲੀ ਫਾਊਂਡੇਸ਼ਨ ਵੱਲੋਂ ਕੀਤੇ ਇੱਕ ਤਾਜ਼ਾ ਸਰਵੇਖਣ ਵਿੱਚ ਦੇਖਿਆ ਗਿਆ ਹੈ ਕਿ 29% ਸਿਹਤ ਕਾਮੇ ਟੀਕੇ ਤੋਂ ਝਿਜਕੇ ਹੋਣ ਕਾਰਨ ਇਨਕਾਰ ਕਰ ਰਹੇ ਹਨ। ਇਸ ਦੇ ਇਲਾਵਾ ਹੋਰ ਕਾਰਨਾਂ ਵਿੱਚ ਕਈ ਕਾਮੇ ਸੋਚਦੇ ਨੇ ਕਿ ਉਹਨਾਂ ਨੂੰ ਮਹਾਮਾਰੀ ਦੌਰਾਨ ਟੀਕੇ ਦੀ ਜ਼ਰੂਰਤ ਨਹੀਂ ਹੈ। ਕਰੋਨਾ ਟੀਕਾਕਰਨ ਦੇ ਮਾਮਲੇ ਬਾਰੇ ਹਾਰਵਰਡ ਦੇ ਮਹਾਮਾਰੀ ਵਿਗਿਆਨੀ ਮਾਰਕ ਲਿਪਚਿਸ ਅਨੁਸਾਰ ਸਿਰਫ ਸਿਹਤ ਸੰਭਾਲ ਕਾਮਿਆਂ ਵਿੱਚ ਹੀ ਨਹੀਂ ਸਗੋਂ ਆਮ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਟੀਕਾ ਲਗਵਾਉਣ ਤੋਂ ਇਨਕਾਰ ਕਰਨਾ ਕਿਸੇ ਵੱਡੇ ਮੁਸ਼ਕਲ ਦਾ ਕਾਰਨ ਬਣ ਸਕਦਾ ਹੈ। ਬਰੈਂਪਟਨ ਦਾ ਇੱਕ 22 ਸਾਲਾ ਨੌਜਵਾਨ ਮਨਜੋਤ ਸਿੰਘ ਜੋ ਕਿ ਕੈਨੇਡਾ ਵਿੱਚ ਇੱਕ ਟਰੱਕ ਡਰਾਈਵਰ ਸੀ, ਪਿਛਲੇ ਦਿਨੀ ਉਹ ਆਪਣੀ ਅਮਰੀਕਾ ਰਹਿੰਦੀ ਭੈਣ ਨੂੰ ਬਰੈਂਪਟਨ ਕੈਨੇਡਾ ਤੋਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫੋਂਟਾਨਾ ਵਿਖੇ ਨਵੇਂ ਸਾਲ ਤੋਂ 2 ਦਿਨ ਪਹਿਲਾਂ 30 ਦਸੰਬਰ ਨੂੰ ਮਿਲਣ ਗਿਆ ਸੀ। ਉੱਥੇ ਭੈਣ ਦੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਕੈਲੀਫੋਰਨੀਆ ਪਹਾੜੀ ਖੇਤਰ ਵਿੱਚ ਘੁੰਮਣ ਗਏ ਸੀ। ਉੱਥੇ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਚਟਾਨ ਤੋਂ ਪੱਥਰ ਤਿਲਕ ਕੇ ਉਸਦੇ ਸਿਰ ਵਿੱਚ ਜਾ ਲੱਗਾ। ਇਸ ਦਰਦਨਾਕ ਭਿਆਨਕ ਹਾਦਸੇ ਵਿੱਚ ਨੌਜਵਾਨ ਮਨਜੋਤ ਸਿੰਘ ਦੀ ਮੌਤ ਹੋ ਗਈ। ਨੌਜਵਾਨ ਨੇ ਬਰੈਂਪਟਨ ਦੇ ਸ਼ੇਰੀਡਨ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉਸਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਭੇਜਣ ਤੇ ਉਸਦੇ ਪਰਿਵਾਰ ਦੀ ਮਦਦ ਲਈ ਇੱਕ ਗੋਫੰਡ ਉਸਦੇ ਇੱਥੇ ਰਹਿੰਦੇ ਨਜ਼ਦੀਕੀਆਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਸਦਾ ਪਰਿਵਾਰ ਉਸਦੇ ਅੰਤਮ ਦਰਸ਼ਨ ਕਰ ਸਕੇ। ਉਸਦੇ ਜਾਣਕਾਰ ਭਾਈਚਾਰੇ ਨੇ ਲੋਕਾਂ ਨੂੰ ਇਸ ਦੁਖਦਾਈ ਵਾਪਰੀ ਘਟਨਾ ਵਿੱਚ ਮਦਦ ਕਰਨ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਰੂਪਨਗਰ ਤੇ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਨਜ਼ਦੀਕ ਪੈਂਦਾ ਪਿੰਡ ਨੂਰਪੁਰ ਸੀ। ਇਸ ਦੁਖਦਾਈ ਘਟਨਾ ਦਾ ਭਾਈਚਾਰੇ ਵਿੱਚ ਕਾਫੀ ਸੋਗ ਪਾਇਆ ਜਾ ਰਿਹਾ ਹੈ। ਮੱਧ ਕੈਲੀਫੋਰਨੀਆ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ 2 ਵਾਹਨਾਂ ਦੀ ਆਮੋ ਸਾਹਮਣੇ ਦੀ ਟੱਕਰ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚ 7 ਬੱਚੇ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫ੍ਰੈਸੈਨੋ ਕਾਉਂਟੀ ਕੋਰੋਨਰ ਦੇ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 8 ਵਜੇ ਇਹ ਹਾਦਸਾ ਵਾਪਰਿਆ। ਗੱਡੀ ਵਿੱਚ ਸਵਾਰ 7 ਬੱਚੇ ਆਪਸ ਵਿੱਚ ਸੰਬੰਧੀ ਸਨ ਅਤੇ ਇਸ ਵਾਹਨ ਨੂੰ ਇੱਕ ਮਹਿਲਾ ਚਲਾ ਰਹੀ ਸੀ। ਉਦੋਂ ਸਾਹਮਣੇ ਤੋਂ ਆ ਰਹੇ ਇੱਕ ਦੂਜੇ ਵਾਹਨ ਦੀ ਇਸ ਨਾਲ ਟੱਕਰ ਹੋ ਗਈ। ਉਸ ਵਾਹਨ ਨੂੰ 28 ਸਾਲਾ ਡੇਨੀਅਲ ਲੂਨਾ ਚਲਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਫੋਰਡ ਗੱਡੀ ਵਿੱਚ ਅੱਗ ਲੱਗ ਗਈ ਅਤੇ ਉਸ ਵਿੱਚ 7 ਸਵਾਰ ਬੱਚਿਆਂ ਸਮੇਤ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਲੂਨਾ ਦੀ ਵੀ ਮੌਤ ਹੋ ਗਈ। ਕਿਸਾਨ ਹਮਾਇਤੀਆਂ ਵੱਲੋਂ ਅੱਜ ਬਰੈਂਪਟਨ ਤੇ ਮਿਸੀਸਾਗਾ ਦੇ ਵੱਖ-ਵੱਖ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਅਡਾਨੀ, ਅੰਬਾਨੀ ਅਤੇ ਪੰਤੰਜਲੀ ਦੇ ਉਤਪਾਦਾਂ ਦੇ ਬਾਈਕਾਟ ਦੀ ਅਪੀਲ ਕੀਤੀ ਗਈ। ਇਹਨਾਂ ਉਤਪਾਦਾਂ ਬਾਬਤ ਖਰੀਦਦਾਰਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਕਿਸਾਨ ਹਮਾਇਤੀਆਂ ਵੱਲੋਂ ਛੋਟੇ-ਛੋਟੇ ਗਰੁੱਪਾਂ ਵਿੱਚ ਵੱਖ-ਵੱਖ ਸਟੋਰਾਂ ਦੇ ਬਾਹਰ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਇਹਨਾਂ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਨੂੰ ਇਹ ਉਤਪਾਦ ਨਾ ਖਰੀਦਣ ਦੀ ਬੇਨਤੀ ਵੀ ਕੀਤੀ ਗਈ ਹੈ। ਇਹਨਾਂ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਹੱਥਾਂ ਵਿੱਚ ਬੈਨਰ ਵੀ ਫੜੇ ਹੋਏ ਸਨ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰਨਾਂ ਸਟੋਰਾਂ ਅਤੇ ਅੱਗੇ ਜਾ ਕੇ ਵੀ ਇਸ ਮੁਹਿੰਮ ਤਹਿਤ ਇਹਨਾਂ ਉਤਪਾਦਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ਬਾਈਕਾਟ ਦੀ
ਅਪੀਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਮੰਗ ਨੂੰ ਵਿਦੇਸ਼ਾਂ ਵਿੱਚ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਲੋਕਾਂ ਵੱਲੋਂ ਇਸ ਬਾਈਕਾਟ ਦੀ ਅਪੀਲ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਨਾਲ ਜੂਝ ਰਹੇ ਅਮਰੀਕਾ ਵਿੱਚ ਇਸ ਸਾਲ ਸੰਕਰਮਿਤ ਹੋਣ ਵਾਲੇ ਲੋਕਾਂ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ। ਅਮਰੀਕਾ ਦੀ ਜਾਨ ਹੌਪਕਿੰਸ ਯੂਨੀਵਰਸਿਟੀ ਦੇ ਵਿਗਿਆਪਨ ਅਤੇ ਇੰਜੀਨੀਅਰਿੰਗ ਕੇਂਦਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ। ਅਮਰੀਕਾ ਵਿੱਚ ਇਹ ਮਹਾਮਾਰੀ ਖਤਰਨਾਕ ਰੂਪ ਲੈ ਚੁੱਕੀ ਹੈ। ਹੁਣ ਤੱਕ 2 ਕਰੋੜ 1,02,567 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਹੁਣ ਤੱਕ 3 ਕਰੋੜ 47,542 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਜ਼ਿਆਦਾ 23 ਲੱਖ ਲੋਕ ਸੰਕਰਮਿਤ ਹੋਏ ਹਨ, ਜਦੋਂ ਕਿ ਟੈਕਸਾਸ ਵਿੱਚ 17.70 ਲੱਖ, ਫਲੋਰੀਡਾ ਵਿੱਚ 13.20 ਲੱਖ, ਨਿਊਯਾਰਕ ਵਿੱਚ 9.79 ਲੱਖ ਅਤੇ ਇਲੀਨਾਇਸ ਵਿੱਚ 9.63 ਲੱਖ ਲੋਕ ਸੰਕਰਮਿਤ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਦੇ ਹਿਸਾਬ ਨਾਲ ਨਿਊਯਾਰਕ, ਨਿਊਜਰਸੀ ਅਤੇ ਕੈਲੀਫੋਰਨੀਆ ਸੂਬਾ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਵਿੱਚ ਕੋਰੋਨਾ ਸੰਕਰਮਣ ਕਾਰਨ 38,155 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਅਮਰੀਕਾ ਦੇ ਕੈਲੀਫੋਰਨੀਆ, ਕੋਲੋਰਾਡੋ ਅਤੇ ਫਲੋਰੀਡਾ ਵਿੱਚ ਬ੍ਰਿਟੇਨ ਵਿੱਚ ਹਾਲ ਹੀ ਵਿੱਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਵੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਦਾ ਇਹ ਸਟ੍ਰੇਨ 70% ਜ਼ਿਆਦਾ ਸੰਕਰਾਮਕ ਹੈ। ਦੇਸ਼ ਵਿੱਚ ਫਾਈਜ਼ਰ ਅਤੇ ਮੋਡਰਨਾ ਦਾ ਕੋਰੋਨਾ ਟੀਕਾ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਟੀਕਾਕਰਨ ਦੀ ਮੁਹਿੰਮ ਵੀ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਸੰਯੁਕਤ ਅਰਬ ਇਮੀਰਾਤ ਵਿੱਚ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਨੇ 8.2 ਵਰਗ ਮੀਟਰ ਦਾ ਵਿਸ਼ਾਲ ਪੌਪ-ਅਪ ਗ੍ਰੀਟਿੰਗ ਕਾਰਡ ਬਣਾ ਕੇ 19ਵੀਂ ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਹਨਾਂ ਨੇ UAE ਦੇ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਮਕਤੂਮ ਦੇ ਅਹੁਦਾ ਸੰਭਾਲਣ ਦੀ 15ਵੀਂ ਵਰ੍ਹੇਗੰਢ ਦੇ ਮੌਕੇ ਤੇ ਇਹ ਗ੍ਰੀਟਿੰਗ ਕਾਰਡ ਬਣਾਇਆ। ਗਲਫ ਨਿਊਜ਼ ਨੇ ਦੱਸਿਆ ਕਿ ਦੁਬਈ ਵਸਨੀਕ ਰਾਜਕੁਮਾਰ ਸਰੰਗਾਪਨੀ ਹੁਣ UAE ਦੇ ਅਤੇ ਭਾਰਤ ਵਿੱਚ ਕਿਸੇ ਵਿਅਕਤੀ ਵੱਲੋਂ ਬਣਾਏ ਸਭ ਤੋਂ ਵੱਧ ਰਿਕਾਰਡ ਬਣਾਉਣ ਵਾਲੇ ਇੱਕੋ ਇੱਕ ਵਿਅਕਤੀ ਬਣ ਗਏ ਹਨ। ਉਹਨਾਂ ਦਾ ਪੌਪ-ਅਪ ਗ੍ਰੀਟਿੰਗ ਕਾਰਡ ਨਿਯਮਿਤ ਪੌਪ-ਅਪ ਕਾਰਡ ਨਾਲੋਂ 100 ਗੁਣਾ ਵੱਡਾ ਹੈ। ਅਖਬਾਰ ਦੇ ਮੁਤਾਬਕ ਇਸ ਦੇ ਅੰਦਰ ਕਲਾਕਾਰ ਅਕਬਰ ਸਾਹਿਬ ਵੱਲੋਂ ਸ਼ੇਖ ਮੁਹੰਮਦ ਦੇ ਬਣਾਈਆਂ ਗਈਆਂ ਤਸਵੀਰਾਂ ਦਾ ਕੋਲਾਜ ਹੈ। ਸ਼ੇਖ ਮੁਹੰਮਦ ਨੂੰ ਸਮਰਪਿਤ ਇਸ ਕਾਰਡ ਦਾ ਖੇਤਰਫਲ 8.20 ਵਰਗ ਮੀਟਰ ਹੈ। ਪਿਛਲਾ ਰਿਕਾਰਡ ਹਾਂਗਕਾਂਗ ਦੇ ਨਾਮ ਦਰਜ ਸੀ, ਜਿਸ ਦਾ ਪੌਪ-ਅਪ ਗ੍ਰੀਟਿੰਗ ਕਾਰਡ ਖੇਤਰਫਲ 6.729 ਵਰਗ ਮੀਟਰ ਸੀ। ਗਲਫ ਨਿਊਜ਼ ਨਾਲ ਗੱਲ ਕਰਦਿਆਂ ਸਰੰਗਨਪਾਨੀ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਇਸ ਤੇ ਕੰਮ ਕਰ ਰਹੇ ਸਨ ਅਤੇ ਰਿਕਾਰਡ ਤੋੜਨ ਦੇ ਲਈ ਸਭ ਤੋਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ। ਕਾਰਡ ਨੂੰ ਨੂਮਿਸਵਿੰਗ ਆਰਟ ਗੈਲਰੀ, ਦੋਹਾਂ ਕੇਂਦਰ, ਅਲੂ ਮਕਤੂਮ ਰੋਡ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸਭ ਤੋਂ ਵੱਡਾ ਇਲੈਕਟ੍ਰੋਨਿਕ ਗ੍ਰੀਟਿੰਗ ਕਾਰਡ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਨੂੰ UAE ਦੇ 49ਵੇਂ ਰਾਸ਼ਟਰਪਤੀ ਦਿਵਸ ਦੇ ਮੌਕੇ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ 4 ਤੋਂ 18 ਜਨਵਰੀ ਤੱਕ 15 ਦਿਨਾਂ ਦੇ ਲਈ ਹੋਵੇਗੀ। ਪੌਪ-ਅਪ ਕਾਰਡ ਜਾਂ 3D ਗ੍ਰੀਟਿੰਗ ਕਾਰਡ ਕਿਸੇ ਵੀ ਸਧਾਰਨ ਕਾਰਡ ਨੂੰ ਸ਼ਾਨਦਾਰ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ। ਇਸ ਲਈ ਸਿਰਫ ਇੱਕ ਪੱਟੀ ਜਿਹੀ ਤਿਆਰ ਕਰਨ ਲਈ ਕਿਸੇ ਸਜਾਵਟੀ ਕਾਗਜ਼ ਦੇ ਉੱਪਰ ਕੁਝ ਸਧਾਰਨ ਕਟਿੰਗ ਕਰੋ, ਫਿਰ ਪੱਟੀ ਨੂੰ ਸਾਹਮਣੇ ਕਰੋ ਅਤੇ ਉਸ ਤੇ ਆਪਣੀ ਪੌਪ-ਅਪ ਇਮੇਜ ਲਗਾਓ। ਜੇਕਰ ਤੁਸੀਂ ਕਿਸੇ ਬਾਹਰੋਂ ਖਰੀਦੇ ਲਿਆਂਦੇ ਕਾਰਡ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਸਿਰਫ ਪੌਪ-ਅਪ ਇਮੇਜ ਤੇ ਟੈਬਸ ਐਡ ਕਰੋ ਅਤੇ ਇਸ ਨੂੰ ਕਾਰਡ ਦੇ ਸੈਂਟਰ ਵਿੱਚ ਰੱਖੋ। ਸੰਯੁਕਤ ਰਾਜ ਵਿੱਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਇਸ ਦੀ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਦੇਸ਼ ਦੇ ਕੁਝ ਖੇਤਰਾਂ ਵਿੱਚ ਜਿਵੇਂ ਕਿ ਟੈਨਸੀ, ਫਲੋਰੀਡਾ ਅਤੇ ਪਿਊਰਟੋ ਰੀਕੋ ਵਿੱਚ ਕੋਰੋਨਾ ਟੀਕਾਕਰਨ ਲਈ ਲਾਈਨਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਟੈਨੇਸੀ ਦੇ ਚਟੂਨਾਗਾ ਵਿੱਚ ਵੀਰਵਾਰ ਸਵੇਰੇ ਟੀਕਾ ਲਗਵਾਉਣ ਆਏ ਲੋਕਾਂ ਦੀਆਂ ਦਰਜਨਾਂ ਕਾਰਾਂ ਦੀਆਂ ਕਤਾਰਾਂ ਲੱਗੀਆਂ ਵੇਖੀਆਂ ਗਈਆਂ ਅਤੇ ਇਸ ਟੀਕਾਕਰਨ ਦੇ ਪਹਿਲੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਵੇਖਦੇ ਹੋਏ ਸਵੇਰੇ 10 ਵਜੇ ਤੋਂ ਬਾਅਦ ਕਾਉਂਟੀ ਦੇ ਸਿਹਤ ਵਿਭਾਗ ਨੇ ਟਵਿੱਟਰ ਤੇ ਇੱਕ ਨੋਟਿਸ ਜਾਰੀ ਕਰਦਿਆਂ ਲਾਈਨ ਵਿੱਚ ਲੱਗੇ ਲੋਕਾਂ ਨੂੰ ਬਾਅਦ ਵਿੱਚ ਆਉਣ ਲਈ ਕਿਹਾ ਗਿਆ। ਇਸ ਪ੍ਰਕਿਰਿਆ ਤਹਿਤ ਫਲੋਰੀਡਾ ਵਿੱਚ ਗਵਰਨਰ ਰੌਨ ਡਿਸੈਂਟਿਸ ਦੁਆਰਾ ਕਾਰਜਕਾਰੀ ਆਦੇਸ਼ ਦੀ ਵਰਤੋਂ ਕਰਦਿਆਂ ਟੀਕਾਕਰਨ ਲਈ ਉਮਰ ਦੀ ਸੀਮਾ 65 ਸਾਲ ਜਾਂ ਇਸ ਤੋਂ ਵੱਧ ਕਰਨ ਤੋਂ ਬਾਅਦ ਲੀ ਕਾਉਂਟੀ ਅਤੇ ਫੋਰਟ ਮਾਇਜ਼ਰ ਵਿੱਚ ਮੰਗਲਵਾਰ ਦੀ ਰਾਤ ਨੂੰ ਸੈਂਕੜੇ ਲੋਕ ਲਾਈਨਾਂ ਵਿੱਚ ਇੰਤਜ਼ਾਰ ਕਰਨ ਲਈ ਕੋਟ, ਕੁਰਸੀਆਂ, ਕੰਬਲ ਅਤੇ ਤੰਬੂ ਲੈ ਕੇ ਆਏ, ਜਿਨ੍ਹਾਂ ਨੂੰ ਬੁੱਧਵਾਰ ਦੇ ਦਿਨ ਟੀਕਾ ਲਗਾਇਆ ਗਿਆ। ਜਦਕਿ ਡਿਸਟੈਂਸਿਸ ਦੇ ਅਨੁਸਾਰ ਫਲੋਰੀਡਾ ਵਿੱਚ 4 ਮਿਲੀਅਨ ਤੋਂ ਵੱਧ ਬਜ਼ੁਰਗ ਨਾਗਰਿਕਾਂ ਲਈ ਲੋੜੀਂਦਾ ਟੀਕੇ ਨਹੀਂ ਹਨ। ਇਸ ਦੇ ਇਲਾਵਾ ਪਿਊਰਟੋ ਰੀਕੋ ਵਿੱਚ ਸਿਹਤ ਦੇਖਭਾਲ ਕਰਮਚਾਰੀ ਸੈਨ ਜੁਆਨ ਦੇ ਪੈਡਰਨ ਜ਼ੋਰੀਲਾ ਕੋਲੀਜ਼ੀਅਮ ਵਿਖੇ ਨਿਰੰਤਰ ਟੀਕੇ ਲਗਾ ਰਹੇ ਸਨ। ਕੈਨੇਡਾ ਦੇ ਅਲਬਰਟਾ ਵਿੱਚ ਇੱਕ ਖੇਤ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਇੱਕ ਬਿਆਨ ਵਿੱਚ RCP ਨੇ ਕਿਹਾ ਕਿ ਪ੍ਰਾਈਵੇਟ ਹੈਲੀਕਾਪਟਰ ਸਵੇਰੇ 8:50 ਤੇ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਸ਼ਿਨੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿੱਚ 4 ਪੀੜਤਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਜੋੜਾ ਅਤੇ ਉਹਨਾਂ ਦੇ 2 ਬੱਚੇ ਸਨ।
RCPSC ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਕਾਰਨ ਕਈ ਰਾਜਾਂ ਨੇ ਮੁੜ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਨੇ ਸਿਡਨੀ ਦੇ ਉੱਤਰੀ ਸਮੁੰਦਰੀ ਤੱਟਾਂ, ਗ੍ਰੇਟਰ ਸਿਡਨੀ ਅਤੇ ਹੋਰ ਛੋਟੇ ਕੇਂਦਰਾਂ ਤੋਂ ਯਾਤਰੀਆਂ ਦੇ ਦਾਖਲ ਹੋਣ ਤੇ ਰੋਕ ਲਗਾ ਦਿੱਤੀ ਹੈ। ਤਸਮਾਨੀਆ ਰਾਜ ਨੇ ਵਿਕਟੋਰੀਆ ਵਿੱਚ ਹਾਲ ਹੀ ਵਿੱਚ ਸੰਕਰਮਿਤ ਹੋਏ ਲੋਕਾਂ ਨਾਲ ਸਿੱਧੇ ਤੌਰ ਤੇ ਜੁੜੇ ਹਰੇਕ ਵਿਅਕਤੀ ਦੇ ਆਉਣ ਤੇ ਰੋਕ ਲਗਾ ਦਿੱਤੀ ਹੈ। ਤਸਮਾਨੀਆ ਨੇ ਗ੍ਰੇਟਰ ਸਿਡਨੀ ਅਤੇ ਸਿਡਨੀ ਵੋਲਨਗੋਂਗ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਕਰ ਦਿੱਤਾ ਹੈ, ਜਦਕਿ ਸਿਡਨੀ ਦੇ ਉੱਤਰੀ ਸਮੁੰਦਰੀ ਤੱਟਾਂ ਦੇ ਲੋਕਾਂ ਦੇ ਦਾਖਲ ਹੋਣ ਤੇ ਪਾਬੰਦੀ ਹੈ। ਵਿਕਟੋਰੀਆ ਵਿੱਚ ਐਤਵਾਰ ਨੂੰ ਇਨਫੈਕਸ਼ਨ ਦੇ 3 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਸ਼ਨੀਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਸਨ। ਵਿਕਟੋਰੀਆ ਵਿੱਚ ਹਾਲ ਹੀ ਦਿਨਾਂ ਵਿੱਚ ਇਨਫੈਕਸ਼ਨ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਸੰਬੰਧ ਨਿਊ ਸਾਊਥ ਵੇਲਜ਼ ਵਿੱਚ ਫੈਲੇ ਇਨਫੈਕਸ਼ਨ ਨਾਲ ਹੈ। ਵਿਕਟੋਰੀਆ ਦੀ ਸਰਹੱਦ ਦੀ ਨਿਊ ਸਾਊਥ ਵੇਲਜ਼ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਐਤਵਾਰ ਨੂੰ ਇਨਫੈਕਸ਼ਨ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਇਸ ਸਮੇਂ 161 ਲੋਕ ਇਲਾਜ ਅਧੀਨ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਸਿਡਨੀ ਦੇ ਉੱਤਰੀ ਤੱਟਾਂ ਨਾਲ ਜੁੜੇ ਹਨ। ਆਸਟ੍ਰੇਲੀਆ ਵਿੱਚ ਹੁਣ ਤੱਕ 28,462 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ ਅਤੇ 909 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਚੀਨ ਵਿੱਚ ਘਰੇਲੂ ਪੱਧਰ ਤੇ ਫੈਲੇ ਇਨਫੈਕਸ਼ਨ ਦੇ ਕੁੱਲ 8 ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਅਧਿਕਾਰੀ ਜ਼ਿਆਦਾ ਸਾਵਧਾਨੀ ਵਰਤ ਰਹੇ ਨੇ। ਬੀजिंग ਨੇ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਆਪਣੇ ਦੇਸ਼ ਵਿੱਚ ਬਣੇ ਕੋਵਿਡ-19 ਦੇ ਇੱਕ ਟੀਕੇ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਹ ਦੇਸ਼ ਵਿੱਚ ਬਣਿਆ ਪਹਿਲਾ ਟੀਕਾ ਹੈ ਜਿਸ ਨੂੰ ਚੀਨ ਨੇ ਮਨਜ਼ੂਰੀ ਦਿੱਤੀ ਹੈ। ਚੀਨ ਵਿੱਚ ਹੁਣ ਤੱਕ ਕੁੱਲ 87,117 ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ ਇਨਫੈਕਸ਼ਨ ਨਾਲ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਵਿੱਚ ਰਹਿਣ ਵਾਲੇ ਇੱਕ ਜੋੜੇ ਨੇ ਪਹਿਲਾਂ ਭਾਰਤ ਦੇ ਇੱਕ ਬੱਚੇ ਨੂੰ ਗੋਦ ਲਿਆ ਤੇ ਬਾਅਦ ਵਿੱਚ ਕਰੋੜਾਂ ਰੁਪਏ ਬੀਮਾ ਲੈਣ ਲਈ ਪੁੱਤਰ ਦਾ ਕਤਲ ਕਰ ਦਿੱਤਾ। ਪਰ ਇਹ ਜੋੜਾ ਕਾਨੂੰਨ ਤੋਂ ਬਚ ਨਿਕਲਿਆ ਤੇ ਬ੍ਰਿਟੇਨ ਵਿੱਚ ਖੁੱਲ੍ਹ ਕੇ ਘੁੰਮ ਰਿਹਾ ਹੈ। ਭਾਰਤ ਸਰਕਾਰ ਨੇ ਇਸ ਜੋੜੇ ਨੂੰ ਹਵਾਲਗੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਯੂਰਪ ਦੇ ਮਨੁੱਖੀ ਅਧਿਕਾਰ ਕਾਨੂੰਨਾਂ ਕਾਰਨ ਹਵਾਲਗੀ ਨਹੀਂ ਹੋ ਸਕੀ। ਰਿਪੋਰਟ ਦੇ ਅਨੁਸਾਰ 55 ਸਾਲਾ ਆਰਤੀ ਧੀਰ ਅਤੇ ਉਸ ਦਾ 31 ਸਾਲਾ ਪਤੀ ਕਵਲ ਰਾਇਜ਼ਾਦਾ ਬ੍ਰਿਟੇਨ ਦੇ ਹੀਥਰੋ ਏਅਰਪੋਰਟ ਦੇ ਸਾਬਕਾ ਕਰਮਚਾਰੀ ਹਨ। ਜੋੜੇ ਨੇ 2015 ਵਿੱਚ ਗੁਜਰਾਤ ਦੇ ਮਲੀਆ ਹਥੀਨਾ ਪਿੰਡ ਤੋਂ ਅਨਾਥ ਬੱਚੇ ਗੋਪਾਲ ਸਜਾਨੀ ਨੂੰ ਗੋਦ ਲੈਣ ਦਾ ਵਾਅਦਾ ਕੀਤਾ ਸੀ। ਗੋਦ ਲੈਣ ਦੀ ਪ੍ਰਕਿਰਿਆ ਖਤਮ ਹੋਣ ਤੋਂ ਕੁਝ ਦਿਨਾਂ ਬਾਅਦ ਗੋਪਾਲ ਨੇ ਬੱਚੇ ਲਈ ਵੈਲਥ ਬਿਲਡਰ ਬੀਮਾ ਪਾਲਿਸੀ ਖਰੀਦੀ। ਗੋਦ ਲੈਣ ਤੋਂ 2 ਸਾਲ ਬਾਅਦ 2017 ਵਿੱਚ 11 ਸਾਲਾ ਲੜਕਾ ਗੋਪਾਲ ਆਪਣੇ ਇੱਕ ਰਿਸ਼ਤੇਦਾਰ ਨਾਲ ਰਾਜਕੋਟ ਗਿਆ ਸੀ। ਵਾਪਸ ਆਉਂਦੇ ਸਮੇਂ ਗੋਪਾਲ ਅਤੇ ਉਸਦੇ ਰਿਸ਼ਤੇਦਾਰਾਂ ਤੇ 2 ਵਿਅਕਤੀਆਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਗੋਪਾਲ ਅਤੇ ਉਸਦੇ ਰਿਸ਼ਤੇਦਾਰ ਹਰਸੁਖ ਭਾਈ ਕਰਦਾਨੀ ਦੇ ਹਮਲੇ ਕਾਰਨ ਮੌਤ ਹੋ ਗਈ। ਨਿਤੇਸ਼ ਮੁੰਡੇ ਇੱਕ ਵਿਅਕਤੀ ਜਿਸਨੇ ਗੋਪਾਲ ਨਾਲ ਇੱਕ ਫਲੈਟ ਸਾਂਝਾ ਕੀਤਾ ਸੀ ਨੇ ਮੰਨਿਆ ਕਿ ਕਵਲ ਰਾਇਜ਼ਾਦਾ ਨੇ ਉਸ ਨੂੰ ਭਾਰਤ ਵਿੱਚ ਕਤਲ ਦੀ ਯੋਜਨਾ ਬਣਾਉਣ ਲਈ ਪੈਸੇ ਦਿੱਤੇ ਸਨ। ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਦਿੱਗਜ ਬਾਲੀਵੁੱਡ ਕਲਾਕਾਰਾਂ ਦਿਲੀਪ ਕੁਮਾਰ ਤੇ ਰਾਜ ਕੁਮਾਰ ਦੇ ਜੱਦੀ ਘਰਾਂ ਨੂੰ ਖਰੀਦੇਗੀ। ਇਸ ਲਈ ਸਰਕਾਰ ਨੇ 2.35 ਕਰੋੜ ਰੁਪਏ ਮਨਜ਼ੂਰ ਕਰ ਲਏ ਹਨ। ਪਿਸ਼ਾਵਰ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਸਥਿਤ ਦੋਵੇਂ ਕਲਾਕਾਰਾਂ ਦੇ ਪੁਸ਼ਤੈਨੀ ਘਰਾਂ ਨੂੰ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਜਾ ਚੁੱਕਾ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਘਰਾਂ ਨੂੰ ਖਰੀਦਣ ਦੇ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪਿੱਛੋਂ ਹੁਣ ਸੰਬੰਧਿਤ ਅਥਾਰਟੀ ਦੋਵਾਂ ਕਲਾਕਾਰਾਂ ਦੀਆਂ ਜੱਦੀ ਹਵੇਲੀਆਂ ਨੂੰ ਸੰਚਾਰ ਅਤੇ ਕਾਰਜ ਵਿਭਾਗ ਵੱਲੋਂ ਪਿਛਲੇ ਹਫ਼ਤੇ ਤੈਅ ਦਰ ਤੇ ਖਰੀਦੇਗਾ। ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਕਰ ਨੇ C&W ਵਿਭਾਗ ਦੀ ਰਿਪੋਰਟ ਦੇ ਆਧਾਰ ਤੇ 101 ਵਰਗ ਮੀਟਰ ਵਿੱਚ ਫੈਲੇ ਦਲੀਪ ਕੁਮਾਰ ਦੇ ਘਰ ਦੀ ਕੀਮਤ 80.56 ਲੱਖ ਰੁਪਏ ਅਤੇ 151.75 ਵਰਗ ਮੀਟਰ ਵਿੱਚ ਬਣੇ ਰਾਜਕਪੁਰ ਦੇ ਘਰ ਦੀ ਕੀਮਤ 1.5 ਕਰੋੜ ਰੁਪਏ ਤੈਅ ਕੀਤੀ ਸੀ। ਖਰੀਦ ਪਿੱਛੋਂ ਦੋਵਾਂ ਘਰਾਂ ਨੂੰ ਮੈਂਬਰ ਪਖਤੂਨਖਵਾ ਦੇ ਪੁਰਾਤਤਵ ਵਿਭਾਗ ਵੱਲੋਂ ਅਜਾਇਬ ਘਰ ਵਿੱਚ ਬਦਲ ਦਿੱਤਾ ਜਾਵੇਗਾ। ਵਿਭਾਗ ਦੇ ਦੋਵਾਂ ਘਰਾਂ ਨੂੰ ਖਰੀਦਣ ਲਈ ਸੂਬਾਈ ਸਰਕਾਰ ਤੋਂ 2 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਸੀ। ਦਲੀਪ ਕੁਮਾਰ ਅਤੇ ਰਾਜ ਕੁਮਾਰ ਦੋਵਾਂ ਦਾ ਜਨਮ ਇਹਨਾਂ ਘਰਾਂ ਵਿੱਚ ਹੋਇਆ ਸੀ। ਇਹਨਾਂ ਦਾ ਬਚਪਨ ਵੀ ਉੱਥੇ ਹੀ ਬੀਤਿਆ। ਰਾਜ ਕੁਮਾਰ ਦਾ ਜੱਦੀ ਘਰ ਕਪੂਰ ਹਵੇਲੀ ਪ੍ਰਸਿੱਧ ਕਿਸਲਾ ਖਵਾਨੀ ਬਾਜ਼ਾਰ ਵਿੱਚ ਸਥਿਤ ਹੈ। ਇਸ ਦਾ ਨਿਰਮਾਣ ਦਿੱਗਜ ਉਹਨਾਂ ਦੇ ਦਾਦਾ ਦੀਵਾਨ ਵਿਸ਼ੇਸ਼ਵਰ ਨਾਥ ਕਪੂਰ ਨੇ 1918-22 ਦੌਰਾਨ ਕਰਵਾਇਆ ਸੀ। ਅਭਿਨੇਤਾ ਦਲੀਪ ਕੁਮਾਰ ਦਾ 100 ਸਾਲ ਪੁਰਾਣਾ ਘਰ ਵੀ ਇੱਥੇ ਇਲਾਕੇ ਵਿੱਚ ਹੈ। ਦੋਵਾਂ ਘਰਾਂ ਨੂੰ 2014 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਨੇ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ।